ਹੈਲੋ ਸਟੂਡੈਂਟਸ, ਉਮੀਦ ਹੈ ਸਾਰੇ ਜਣੇ ਤੁਸੀਂ ਠੀਕ ਹੋਵੋਗੇ। ਸਵਾਗਤ ਹੈ ਤੁਹਾਡਾ ਅਗਲੇ ਨੈਕਸਟ ਲੈਕਚਰ ਦੇ ਵਿੱਚ। ਕੱਲ੍ਹ ਆਪਾਂ ਨੇ ਜਿਹੜਾ ਹੈਗਾ ਉਹ ਲਾਜ਼ ਆਫ ਲਿਮਟਿੰਗ ਫ੍ਰਿਕਸ਼ਨ ਲਾਸਟ ਟੌਪਿਕ ਪੜ੍ਹਿਆ ਸੀਗਾ। ਅੱਜ ਆਪਣੇ ਕੋਲ ਨੈਕਸਟ ਟੌਪਿਕ ਹੈ, ਅਸੀਂ ਕਰਨ ਜਾ ਰਹੇ ਹਾਂ ਕੋਫੀਸ਼ੀਐਂਟ ਆਫ ਫ੍ਰਿਕਸ਼ਨ। ਆਪਣੇ ਕੋਲ ਸੈਕਿੰਡ ਚੈਪਟਰ ਚੱਲ ਰਿਹਾ ਹੈ, ਯੂਨਿਟ ਨੰਬਰ 3 ਦਾ ਫ੍ਰਿਕਸ਼ਨ ਵਾਲਾ। ਤਾਂ ਅੱਜ ਦਾ ਟੌਪਿਕ ਹੈ ਕੋਫੀਸ਼ੀਐਂਟ ਆਫ ਫ੍ਰਿਕਸ਼ਨ। ਇਹ ਕੀ ਚੀਜ਼ ਹੈ ਕੋਫੀਸ਼ੀਐਂਟ ਆਫ ਫ੍ਰਿਕਸ਼ਨ? ਤਾਂ ਆਪਾਂ ਕੱਲ੍ਹ ਪੜ੍ਹਿਆ ਸੀ, ਜੇ ਤੁਹਾਨੂੰ ਯਾਦ ਹੋਵੇ ਫਸਟ ਕਲਾਸ ਸੀ ਲਿਮਟਿੰਗ ਫ੍ਰਿਕਸ਼ਨ ਦਾ, ਕਿ ਜੇ ਫ੍ਰਿਕਸ਼ਨ ਹੈ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਨਾਰਮਲ ਰਿਐਕਸ਼ਨ। ਕਿਸੇ ਵੀ ਬਾਡੀ ਦੀ ਜਿਹੜੀ ਫ੍ਰਿਕਸ਼ਨ ਹੈ ਉਹ ਨਾਰਮਲ ਰਿਐਕਸ਼ਨ ਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੈ। ਤੁਹਾਨੂੰ ਯਾਦ ਹੋਊਗਾ ਮੈਂ ਤੁਹਾਨੂੰ ਸਮਝਾਇਆ ਸੀਗਾ ਕਿ ਜਿਹੜਾ ਨਿਸ਼ਾਨ ਹੁੰਦਾ ਡਾਇਰੈਕਟਲੀ ਪ੍ਰਪੋਰਸ਼ਨਲ ਦਾ, ਇਹਨੂੰ ਹਟਾਇਆ ਜਾਂਦਾ ਹੈ, ਇਸ ਨੂੰ ਹਟਾ ਕੇ ਲਗਾਇਆ ਜਾਂਦਾ ਹੁੰਦਾ ਬਰਾਬਰ, ਅਤੇ ਉਹਨੂੰ ਹਟਾਉਣ ਤੋਂ ਬਾਅਦ ਇੱਕ ਨਾਲ ਕੌਂਸਟੈਂਟ ਅੱਖਰ ਲੱਗ ਜਾਂਦਾ ਹੈ। ਸੋ ਦੈਟ ਕੌਂਸਟੈਂਟ ਅੱਖਰ ਕੋਈ ਵੀ ਹੁੰਦਾ, ਅਲੱਗ-ਅਲੱਗ ਵਾਰੀ ਅਲੱਗ-ਅਲੱਗ ਪੈਂਦਾ। ਇੱਥੇ ਇਹ ਕੌਂਸਟੈਂਟ ਅੱਖਰ ਹੈਗਾ ਮਿਊ, ਇਹ ਯੂ ਨਹੀਂ ਹੈਗਾ ਬੇਟਾ, ਮਿਊ, ਠੀਕ ਹੈ। ਤਾਂ ਮਿਊ ਹੈਗਾ ਇਹ ਇਨਟੂ ਆਰ ਐਜ਼ ਇਟ ਇਜ਼ ਆ ਗਿਆ। ਸੋ ਇਸ ਮਿਊ ਦਾ ਨਾਮ ਹੈਗਾ, ਇਸ ਮਿਊ ਨੂੰ ਬੋਲਦੇ ਨੇ ਕੋਫੀਸ਼ੀਐਂਟ ਆਫ ਫ੍ਰਿਕਸ਼ਨ। ਇਸ ਦਾ ਨਾਮ ਹੈਗਾ ਕੋਫੀਸ਼ੀਐਂਟ ਆਫ ਫ੍ਰਿਕਸ਼ਨ। ਤਾਂ ਜੇ ਮੈਂ ਇੱਥੋਂ ਮਿਊ ਦੀ ਵੈਲਿਊ ਕੱਢਾਂ ਤਾਂ ਉਹ ਕੀ ਹੋਊਗੀ? ਦੈਟ ਇਜ਼ ਇਕੁਅਲ ਟੂ ਐਫ, ਇੱਧਰ ਹੈਗਾ ਹੀ ਸੀਗਾ, ਅਤੇ ਆਹ ਵਾਲਾ ਆਰ ਇਹਦੇ ਅਪੋਨ ਦੇ ਵਿੱਚ ਚਲਾ ਜਾਊਗਾ, ਤਾਂ ਐਫ ਅਪੋਨ ਆਰ। ਤਾਂ ਇਹਦੀ ਡੈਫੀਨੇਸ਼ਨ ਕੀ ਬਣ ਗਈ? ਜਿਹੜੀ ਮੈਂ ਹੁਣ ਡੈਫੀਨੇਸ਼ਨ ਦੇਣੀ ਹੋਵੇ ਤਾਂ ਇਟ ਇਜ਼ ਡਿਫਾਈਨਡ ਐਜ਼ ਰੇਸ਼ੋ of limiting friction to normal reaction। ਲਿਮਟਿੰਗ ਫ੍ਰਿਕਸ਼ਨ ਤੇ ਨਾਰਮਲ ਰਿਐਕਸ਼ਨ ਦੀ ਜਿਹੜੀ ਰੇਸ਼ੋ ਹੈ, ਠੀਕ ਹੈ, ਉਹਨੂੰ ਆਪਾਂ ਕੀ ਬੋਲਾਂਗੇ? ਕੋਫੀਸ਼ੀਐਂਟ ਆਫ ਫ੍ਰਿਕਸ਼ਨ ਬੋਲਾਂਗੇ ਬਿਟਵੀਨ ਦਾ ਟੂ ਸਰਫੇਸਿਸ। ਇਹਦੀ ਜਿਹੜੀ ਵੈਲਿਊ ਹੈ ਮਿਊ ਦੀ ਵੈਲਿਊ ਕਿਹਦੇ ਉੱਪਰ ਡਿਪੈਂਡ ਕਰਦੀ ਹੈ? ਇਟ ਡਿਪੈਂਡ ਅਪੋਨ ਦਾ ਨੇਚਰ ਆਫ ਦਾ ਸਰਫੇਸ ਇਨ ਕੰਟੈਕਟ, ਕਿ ਜਿਹੜੇ ਵੀ ਸਰਫੇਸ ਕੰਟੈਕਟ 'ਚ ਨੇ ਉਹਦੇ ਨੇਚਰ ਦੇ ਉੱਪਰ। ਵੈਦਰ ਡਰਾਈ ਔਰ ਵੈਟ, ਵੀ ਉਹ ਗਿੱਲਾ ਸਰਫੇਸ ਹੈ ਜਾਂ ਸੁੱਕਾ ਹੈ। ਰਫ ਔਰ ਸਮੂਥ ਹੈ। ਪੋਲਿਸ਼ ਔਰ ਨੋਨ ਪੋਲਿਸ਼, ਮਤਲਬ ਇਹਨਾਂ ਸਾਰੇ ਫੈਕਟਰ ਦੇ ਉੱਪਰ ਨੇਚਰ ਜਿਹੜੀ ਹੈਗੀ ਉਹਦੀ ਡਿਪੈਂਡ ਕਰਦੀ ਹੈ। ਦੂਜਾ ਮਟੀਰੀਅਲ ਆਫ ਦਾ ਸਰਫੇਸ ਇਨ ਕੰਟੈਕਟ, ਜਿਹੜੇ ਸਰਫੇਸ ਕੰਟੈਕਟ 'ਚ ਨੇ ਉਹ ਕਿਸ ਮਟੀਰੀਅਲ ਦੇ ਬਣੇ ਹੋਏ ਨੇ। ਐਗਜ਼ਾਮਪਲ ਦੇ ਤੌਰ 'ਤੇ ਵੈਨ ਟੂ ਪੋਲਿਸ਼ਡ ਮੈਟਲ ਸਰਫੇਸ ਆਰ ਇਨ ਕੰਟੈਕਟ, ਜੇਕਰ ਦੋ ਮੈਟਲ ਦੇ ਸਰਫੇਸ ਨੇ ਪੋਲਿਸ਼ ਕੀਤੇ ਗਏ ਨੇ, ਪੋਲਿਸ਼ ਮੀਨਸ ਸਮਝਦੇ ਹੋ ਸੀ, ਉਹਨਾਂ ਨੂੰ ਸਮੂਥ ਬਣਾਇਆ ਗਿਆ, ਤਾਂ ਉਹਦੇ ਵਾਸਤੇ ਮਿਊ ਦੀ ਵੈਲਿਊ 0.2 ਹੈ। ਵੈਨ ਦੀ ਸਰਫੇਸ ਆਰ ਲੁਬਰੀਕੇਟਡ, ਹੁਣ ਜਿਹਦੇ ਉੱਪਰ ਅਸੀਂ ਆਇਲ ਲਗਾ ਦਈਏ, ਲੁਬਰੀਕੈਂਟ ਲਗਾ ਦਈਏ। ਲੁਬਰੀਕੈਂਟ ਕੀ ਹੁੰਦਾ? ਇੱਕ ਮਟੀਰੀਅਲ ਹੁੰਦਾ ਜੋ ਫ੍ਰਿਕਸ਼ਨ ਨੂੰ ਘੱਟ ਕਰਨ ਦੇ ਕੰਮ ਆਉਂਦਾ, ਸਰਫੇਸ ਦੇ ਉੱਪਰ ਲਗਾਇਆ ਜਾਂਦਾ, ਤਾਂ ਵੈਲਿਊ ਆ ਜੂਗੀ 0.1। ਬਿਟਵੀਨ ਦਾ ਟੂ ਸਮੂਥ ਵੁਡਨ ਸਰਫੇਸਿਸ, ਜੇ ਲੱਕੜ ਦੇ ਬਣੇ ਹੋਏ ਦੋ ਸਮੂਥ ਸਰਫੇਸ ਨੇ, ਬਹੁਤ ਜ਼ਿਆਦਾ ਪਲੇਨ ਕੀਤੇ ਗਏ ਨੇ, ਤਾਂ ਵੈਲਿਊ ਡਿਪੈਂਡ ਕਰਦੀ ਹੈ 0.2 ਤੋਂ ਲੈ ਕੇ 0.5 ਦੇ ਵਿਚਕਾਰ। ਤਾਂ ਮਿਊ ਜਿਹੜਾ ਹੈਗਾ ਇਹਦੀ ਕੋਈ ਯੂਨਿਟ ਨਹੀਂ ਹੈਗੀ, ਕਿਉਂਕਿ ਇਹ ਕੀ ਹੈ? ਰੇਸ਼ੋ ਹੈ। ਦੇਖੋ ਰੇਸ਼ੋ ਜਿਹੜੀ ਹੁੰਦੀ ਹੈ, ਰੇਸ਼ੋ ਦੀ ਨਾਰਮਲੀ ਯੂਨਿਟ ਨਹੀਂ ਹੁੰਦੀ। ਕਿਹੜੀ ਰੇਸ਼ੋ ਦੀ? ਜੋ ਇਕੁਅਲ ਕੁਆਂਟੀਟੀਜ਼ ਹੋਣ, ਸੇਮ ਕੁਆਂਟੀਟੀਜ਼ ਹੋਣ। ਉੱਪਰ ਵੀ ਫੋਰਸ ਹੈ, ਨੀਚੇ ਜਿਹੜਾ ਨਾਰਮਲ ਰਿਐਕਸ਼ਨ ਹੁੰਦਾ ਇਹ ਵੀ ਕੀ ਹੁੰਦੀ ਹੈ? ਇੱਕ ਤਰ੍ਹਾਂ ਦੀ ਫੋਰਸ ਹੁੰਦੀ ਹੈ, ਐਕਸ਼ਨ ਟੂ ਰਿਐਕਸ਼ਨ, ਠੀਕ ਹੈ। ਤਾਂ ਇਹ ਵੀ ਫੋਰਸ ਹੈ ਅਤੇ ਇਹ ਵੀ ਫੋਰਸ ਹੈ, ਇਸ ਕਰਕੇ ਦੋਨਾਂ ਦੀ ਕੋਈ ਵੀ ਸਾਡੇ ਕੋਲ ਯੂਨਿਟ ਨਹੀਂ ਹੈਗੀ। ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਵੈਨ, ਕਹਿੰਦਾ ਬੋਡੀ ਇਜ਼ ਐਕਚੁਅਲੀ ਮੂਵਿੰਗ ਓਵਰ ਦਾ ਸਰਫੇਸ। ਹੁਣ ਇਹ ਜਿਹੜੀ ਆਪਾਂ ਨੇ ਇੱਥੇ ਯੂਜ਼ ਕੀਤੀ ਹੈ ਸ਼ਬਦ, ਇੱਥੇ ਕੀਤਾ ਸੀ ਲਿਮਟਿੰਗ ਫ੍ਰਿਕਸ਼ਨ, ਪਰ ਜੇ ਬੋਡੀ ਚੱਲ ਰਹੀ ਹੈ, ਉਹ ਮੂਵ ਕਰ ਰਹੀ ਹੈ, ਤਾਂ ਅਸੀਂ ਫਿਰ ਐਫ ਦੀ ਜਗ੍ਹਾ 'ਤੇ ਲਗਾਵਾਂਗੇ ਐਫ ਕੇ, ਮਤਲਬ ਕਾਈਨੈਟਿਕ ਫ੍ਰਿਕਸ਼ਨ, ਨਾਟ ਲਿਮਟਿੰਗ ਫ੍ਰਿਕਸ਼ਨ, ਠੀਕ ਹੈ। ਤਾਂ ਸਾਡੇ ਕੋਲ ਫਿਰ ਜਿਹੜਾ ਮਿਊ ਹੈ, ਉਹਦੇ ਮਿਊ ਦੇ ਵੀ ਆਪਾਂ ਪੈਰ 'ਚ ਲਗਾ ਦਾਂਗੇ, ਇਹਨੂੰ ਬੋਲਾਂਗੇ ਕੋਫੀਸ਼ੀਐਂਟ ਆਫ ਕਾਈਨੈਟਿਕ ਫ੍ਰਿਕਸ਼ਨ। ਕੱਲਾ ਫ੍ਰਿਕਸ਼ਨ ਇਹ ਹੈਗਾ ਜਿਹੜਾ ਕੋਫੀਸ਼ੀਐਂਟ ਆਫ ਲਿਮਟਿੰਗ ਫ੍ਰਿਕਸ਼ਨ, ਜਾਂ ਕੱਲਾ ਕੋਫੀਸ਼ੀਐਂਟ ਆਫ ਫ੍ਰਿਕਸ਼ਨ। ਜੇਕਰ ਬੋਡੀ ਮੂਵ ਕਰ ਰਹੀ ਹੈ ਤਾਂ ਫਿਰ ਪੈਰ ਦੇ ਵਿੱਚ ਕੇ ਲਗਾਤਾ, ਫੋਰਸ ਵੀ ਕਾਈਨੈਟਿਕ ਫ੍ਰਿਕਸ਼ਨ ਦੀ ਬਣ ਜੂਗੀ, ਤਾਂ ਕੋਫੀਸ਼ੀਐਂਟ ਆਫ ਇਹ ਕੀ ਬਣ ਜੂਗਾ? ਕਾਈਨੈਟਿਕ ਫ੍ਰਿਕਸ਼ਨ ਬਣ ਜੂਗਾ। ਤਾਂ ਆਪਾਂ ਨੂੰ ਪਤਾ ਹੈ ਕਿ ਜਿਹੜੀ ਐਫ ਕੇ ਹੈ, ਮਤਲਬ ਕਾਈਨੈਟਿਕ ਫ੍ਰਿਕਸ਼ਨ, ਉਹ ਐਫ ਐਲ ਨਾਲੋਂ, ਮਤਲਬ ਲਿਮਟਿੰਗ ਫ੍ਰਿਕਸ਼ਨ ਨਾਲੋਂ ਕੀ ਹੁੰਦਾ? ਘੱਟ ਹੁੰਦਾ। ਕੱਲ੍ਹ ਆਪਾਂ ਪੜ੍ਹਿਆ ਸੀ ਕਿ ਮੈਕਸੀਮਮ ਵੈਲਿਊ ਜਿਹੜੀ ਫ੍ਰਿਕਸ਼ਨ ਦੀ ਹੁੰਦੀ ਹੈ ਉਹ ਲਿਮਟਿੰਗ ਦੀ ਹੁੰਦੀ ਹੈ, ਅਤੇ ਕਾਈਨੈਟਿਕ ਫ੍ਰਿਕਸ਼ਨ ਉਹਦੇ ਨਾਲ ਹਮੇਸ਼ਾ ਘੱਟ ਹੁੰਦੀ ਹੈ।
तो फिर यदा मतलब क्योंकि उपरले पासे ये एफ एल है या कला एफ है, ये एफ के है, तो इतों अपने को पता लग गया कि जो म्यू के है यदी वैल्यू भी लैस होगी कल्ले म्यू नालों, यानी कि कोफिशिएंट ऑफ लिमिटिंग फ्रिक्शन या कल्ले कोफिशिएंट ऑफ फ्रिक्शन नालों की होगी, ये वैल्यू हमेशा घट होगी। ठीक है, तो ये करने वाली गल की सी, जो साडे काम की चीज़ की है कि म्यू की हुंदा है, ये रिलेशन कित्थों आया, तो ये डेफिनेशन मेन की है, तो ये वैल्यू किहड़े फैक्टर के उपर जी डिपेंड करती है, म्यू की वैल्यू किहड़े फैक्टर के उपर डिपेंड करती है। ठीक है, साडा मेन समझण दा गल इत्थे इन्नी है। नैक्सट जिहड़ा साडे कोल जिहड़ा टॉपिक है दैट इज़ है एंगल ऑफ फ्रिक्शन। एंगल ऑफ फ्रिक्शन ये इंपॉर्टेंट टॉपिक ने, ध्यान नाल समझने ने। एंगल ऑफ फ्रिक्शन जो यदी डेफिनेशन दी गई है बेटा वो देखो की है, एंगल ऑफ फ्रिक्शन बिटवीन एनी टू सरफेसिज इन कंटैक्ट is defined as angle which the resultant of force of limiting friction and normal reaction makes with the direction of the normal direction। दोबारा फिर बोल रहा मैं, एंगल ऑफ फ्रिक्शन नाम तो पता लग रहा है, एंगल ऑफ फ्रिक्शन मतलब यह एक एंगल की गल हो रही है, जो भी आप डेफिनेशन देनी है, जो भी जिसकी भी आप गल कर रहे हो, एक एंगल है। हुण एंगल बनने वास्ते की चाहिए होंगे ने, दो रेज चाहिए होंगे ने। ठीक है, दो लाइनां चाहिए होंगे ने, तो दो लाइनां दो रेज किहड़ियां ने, एंगल किहदे विचाले बन रहा है, एंगल बन रहा है विचाले एंगल विच द रिजल्टेंट ऑफ फोर्स ऑफ लिमिटिंग फ्रिक्शन, रिजल्टेंट किहदा लिमिटिंग फ्रिक्शन एंड नॉर्मल डायरैक्शन का रिजल्टेंट बना रहा है, मेक्स विद बना रहा है डायरैक्शन ऑफ द नॉर्मल डायरैक्शन। देखो इन्हें समझो किमें, हुण एक बॉडी पई है, देखो आ एक सरफेस है, ਇਹਦੇ ਉੱਪਰ एक बॉडी पई है। ठीक है, ਹੁਣ ਆਪਾਂ ਨੂੰ पता है कि वेट बॉडी का लगता होंगे नीचे ਨੂੰ, वैसे तो वेट की गल है नहीं गी, पर आप लिख दें वेट बॉडी का लगता होंगे नीचे ਨੂੰ। नॉर्मल डायरैक्शन बॉडी के परपेंडिकुलर मैं फोर्स लगाई है इस डायरैक्शन च, मेरी अप्लाइड फोर्स है इस डायरैक्शन च, तो फ्रिक्शन फोर्स किधर ਨੂੰ होगी, इस दे ओपोजिट सॉरी अप्लाइड फोर्स की डायरैक्शन पी राइट वाल है, तो फ्रिक्शन की जी डायरैक्शन है की होगी ये ओपोजिट होगी। हुण आ दो फोर्स ने, एक आर तो एक एफ, जे इन्हां दे उपर मैं की लावां वैक्टर एडिशन दे लॉ लगावां, पैरेललोग्राम लॉ, तो इन्हां दोहां दा एक रिजल्टेंट बन जूगा, इन्हां दोहां दा एक रिजल्टेंट बन जूगा। ठीक है, इनू आप नाम देता ओ, ये नाम देता अपने ए पॉइंट का, यदा नाम देता अपने बी पॉइंट का, ए सी। तो आ दो फोर्सिस ने, एक आर तो एक एफ, इन्हां दोहां का जिहड़ा रिजल्टेंट है बाय द पैरेललोग्राम लॉ ऑफ वैक्टर एडिशन वो आ बन गया। तो साडी डेफिनेशन की कह रही है, एंगल मेड बाय द रिजल्टेंट ऑफ नॉर्मल डायरैक्शन एंड फोर्स ऑफ फ्रिक्शन, आ रिजल्टेंट है मेड विद किहदे नाल, नॉर्मल डायरैक्शन नाल, कि नॉर्मल डायरैक्शन ते फ्रिक्शन का जिहड़ा रिजल्टेंट है जो एंगल बनाता है नॉर्मल डायरैक्शन नाल, दैट इज़ कॉल्ड एंगल ऑफ फ्रिक्शन। उम्मीद है तुहानूं इत्थे तक जिहड़ा हैगा समझ आ गया होना पूरी तरीके नाल। ठीक है, तो यदी वैल्यू भी जी डिपेंड करती है, डिपेंड ऑन द नेचर ऑफ द मटीरियल ऑफ सरफेस इन कंटैक्ट एंड नेचर ऑफ द सरफेसिस, कि किहड़े मटीरियल तो बनी है सरफेस, दोनों बॉडी किहड़े मटीरियल तो बनिया ने उहदे उपर, तो सरफेस की नेचर किहो जी है, जिवें पहला गल की ड्राई या वैट है, रफ या समूथ है, पॉलिश है या नॉन पॉलिश है, तो उहदे उपर भी की करती है वो डिपेंड करती है। ठीक है जी, तो हुण अपने कोल जेकर आप ट्रैंगल देखिए, आह वाली एक ट्रैंगल ओ ए सी, ट्रैंगल ए ओ सी कह लो, चाहे इनू चाहे ओ ए सी कह लो, आह वाली ट्रैंगल मतलब ये वाली ट्रैंगल, तो आपां नूं पता है टैन थीटा काहदे बराबर हुंदा है, परपेंडिकुलर अपॉन बेस। परपेंडिकुलर किहड़ा हुंदा है, थीटे दे सामने वाली जिहड़ी साइड हुंदी है वो परपेंडिकुलर हुंदी है, दैट इज सी ए पॉइंट है। बेस किहड़ी होगी, जो एंगल दे नाल वाली है, दैट इज ओ ए। हुण जिहड़ा सी ए है
ये काहदे बराबर है, वो ਇਹਦੇ बराबर है ओ बी दे, तो ओ ए तो हैगी एज इट इज़। तो ओ बी की है एफ, ओ बी किनू रिप्रजेंट कर रहा है एफ नू, फ्रिक्शन फोर्स नू। ओ ए किनू रिप्रजेंट कर रहा है आर नू, नॉर्मल डायरैक्शन नू। जानी कि मेरे को की आ गया टैन थीटा बराबर है एफ अपॉन आर। पर हुणे हुणे आपां उपर की करके हटे हाँ, देखो एफ अपॉन आर काहदे बराबर है, हुणे हुणे आपां उपर कीता इज इक्वल टू द म्यू कोफिशिएंट ऑफ फ्रिक्शन, दैट इज़ आपां इहनूं म्यू भी लिख सकते हैं। तो साडे कोल इत्थे एक रिलेशन आ गई म्यू इज इक्वल टू टैन थीटा, म्यू इज इक्वल टू टैन थीटा। तो ये साडे कोल रिजल्ट बन गया काहदा, एंगल ऑफ फ्रिक्शन का भी बराबर है हो जाता एफ अपॉन आर, जां आपां लिख दूँ इज इक्वल टू म्यू। तो इत्थों अपने को कोफिशिएंट ऑफ लिमिटिंग फ्रिक्शन जिहड़ा म्यू है उहदी एक डेफिनेशन होर आ गई। पहला एक म्यू की डेफिनेशन आप पहला कर चुके हैं, रेशो ऑफ द फोर्स ऑफ फ्रिक्शन टू द नॉर्मल रिएक्शन बिटवीन द टू सर्फिसिज। ठीक है, हुण एक नवी डेफिनेशन आप इत्थों भी दे सकते हैं कि कोफिशिएंट ऑफ लिमिटिंग फ्रिक्शन बिटवीन द एनी टू सर्फिसिज इन कंटैक्ट इज इक्वल टू काहदे बराबर है, टेंजेंट ऑफ एंगल ऑफ फ्रिक्शन। टेंजेंट मतलब थीटा दा टैन, मतलब टैन थीटा, थीटा की है एंगल ऑफ फ्रिक्शन दा टैन इज इक्वल टू टेंजेंट ऑफ एंगल ऑफ फ्रिक्शन बिटवीन दैम, कि दो बॉडीज के विचाले जिहड़ा कोफिशिएंट ऑफ फ्रिक्शन है वो बराबर है टेंजेंट ऑफ द एंगल ऑफ फ्रिक्शन बिटवीन दैम। उम्मीद है तुहानूं इत्थे तक समझ आ गया होना। नैक्सट साडे कोल जिहड़ा टॉपिक है वो हैगा एंगल ऑफ रीपोज और एंगल ऑफ स्लाइडिंग। एंगल ऑफ रीपोज और एंगल ऑफ स्लाइडिंग, थोनों नाम तो ही पता लग गया होना स्लाइडिंग तो। हुणे थोनों डायग्राम दिख रही है, इनू समझने वास्ते समझो कि मेरे को एक इनकलाइंड सरफेस है। इनकलाइंड समझते हो, सीधा नहीं हैगा, आ सरफेस है जिहड़ा हॉरिजेंटल दे नाल कुछ एंगल बना रहा है, वो एंगल बन रहा दैट इज़ अल्फा। हुण मैं ये उपर एक बॉडी रखती, बॉडी इस तरह रखी जाऊगी, सरफेस टेढ़ा है तो बॉडी भी टेढ़ी रखी जाऊगी। थोड़ा याद करो, हुण मैं तुहानूं दस्सिया सी कि बॉडी के सेंटर तो वेट हमेशा नीचे नूं लगदा हुंदा है, सीधा नीचे नूं। डबल बराबर है कितना हुंदा, वेट हमेशा लिख दिंदे आपां एम जी, डबल इज इक्वल टू एम जी, वेट हमेशा सेंटर तो नीचे नूं। रिएक्शन जिहड़ी हुंदी है बॉडी के परपेंडिकुलर सरफेस दे, आ देखो इत्थे आ परपेंडिकुलर नॉर्मल डायरैक्शन, नॉर्मल डायरैक्शन परपेंडिकुलर एंगल बनाउंदी है। ठीक है, हुण सिंपल जी गल है, जे बॉडी इनकलाइंड प्लेन ते पई है तो किधर नूं मूव करूगी, उपर तो नहीं जाती बॉडी। सिंपल जी गल है, जो इनकलाइंड प्लेन ते रखांगे तो बॉडी किधर नूं आउण दी कोशिश करूगी, नीचे नूं। तो फ्रिक्शन फोर्स की डायरैक्शन किधर नूं लगूगी, ਉਹਦੇ मोशन के उल्ट, दैट इज़ उपर नूं। ठीक है, तो हुण साडे कोल की है, पहले तो असीं एंगल ऑफ रीपोज की गल करते हैं, अगे आपां नूं ड्राइव करांगे। तो एंगल ऑफ रीपोज की है, इट इज़ द एंगल, आ वाला एंगल, आ वाला एंगल, कि इन्ना क एंगल जां मैक्सीमम एंगल जिहदे उपर बॉडी जस्ट बिगिन टू स्लाइड करना शुरू कर दे। इनू ऐ समझो कि मेरे को एक हॉरिजेंटल प्लेन है, बिल्कुल सिंपल प्लेन है, ये उपर मैं कोई बॉडी रखती, मैं की करदा इनू टेढ़ा करना शुरू कर देना, एक पासे नूं उपरों चकना शुरू कर देना, चक्की जाना, तो एक अजिहा एंगल आऊगा जदों इहदे उपर पई बॉडी नीचे नूं स्लाइड करना की कर दूगी, शुरू कर दूगी। तो उस एंगल नूं आपां बोलांगे एंगल ऑफ रीपोज या एंगल ऑफ स्लाइडिंग। जिवें लिखिआ इट इज़ डिफाइंड एज द मिनीमम एंगल, नॉट मैक्सीमम, मिनीमम एंगल ऑफ इनकलाइनेशन ऑफ द प्लेन। इनकलाइनेशन मतलब किन्ने एंगल ते वो झुकिया होया है, आ वाला एंगल, आ वाला प्लेन किन्ना एंगल बना रहा है हॉरिजेंटल दे नाल। मिनीमम एंगल सच दैट बॉडी प्लेसड ऑन इट, ये एंगल घट्टो घट्ट होवे कि इहदे उपर जिहड़ी बॉडी पई है वो की करन लग जाए, जस्ट बिगिन टू स्लाइड डाउन, भी इस एंगल ते वो आपां बॉडी रखीए तो नीचे नूं तिसले, जिस तो एंगल छोटा कर देंगे होर फिर बॉडी नीचे नूं स्लाइड नहीं करूगी। हुण जिहड़ी बॉडी आपां रखी है इहदे उपर देखो डायग्राम शो कर रही है, या डायग्राम जी आप बनाई पर किहड़ियां फोर्सिस लग रही ने। एक फोर्स लग रही है इहदा वेट जो कि सेंटर तो वर्टिकली डाउनवर्ड नीचे नूं लग रहा है, एक लग रही है नॉर्मल रिएक्शन जो कि परपेंडिकुलर लग रही है बॉडी के उपर। ठीक है, एक लग रही है फ्रिक्शन जो कि बॉडी के मोशन के ओपोजिट लग रही है।
ਹੁਣ ਜਿਹੜਾ ਇਹ ਐਮ ਜੀ ਹੈ, ਇੱਥੇ ਮੈਂ ਕੀ ਕਰਦਾ, ਇਹਨੂੰ ਡਿਵਾਈਡ ਕਰ ਲੈਂਦਾ। ਪਲੀਜ਼ ਇਹਨੂੰ ਧਿਆਨ ਨਾਲ ਸਮਝਿਓ। ਵੈਕਟਰ ਨੂੰ ਆਪਾਂ ਰਿਜ਼ੋਲਵ ਕਰ ਸਕਦੇ ਨਾ, ਵੇਟ ਕੀ ਹੈ, ਵੈਕਟਰ ਕੁਆਂਟਿਟੀ ਹੈ, ਫੋਰਸ, ਇਹਨੂੰ ਆਪਾਂ ਰਿਜ਼ੋਲਵ ਕਰ ਸਕਦੇ ਹਾਂ। ਤਾਂ ਦੋ ਪਰਪੈਂਡੀਕੂਲਰ ਆਪਾਂ ਰਿਜ਼ੋਲਵ ਕਰਨ ਵਾਲੇ ਕੀ ਕਰਦੇ ਹੁੰਦੇ ਹਮੇਸ਼ਾ, ਯਾਦ ਕਰੋ, ਜੇਕਰ ਇੱਕ ਇਸ ਤਰ੍ਹਾਂ ਵੈਕਟਰ ਦਿੱਤਾ ਹੋਇਆ ਤਾਂ ਆਪਾਂ ਕੀ ਕਰਦੇ ਹੁੰਦੇ ਹਾਂ ਰਿਜ਼ੋਲਵ ਕਰਨ ਵਾਸਤੇ, ਦੋ ਪਰਪੈਂਡੀਕੂਲਰ ਐਕਸਿਸ ਬਣਾ ਲੈਂਦੇ ਹੁੰਦੇ ਹਾਂ, ਦੋ ਪਰਪੈਂਡੀਕੂਲਰ ਇਸ ਤਰ੍ਹਾਂ। ਇਸ ਵੈਕਟਰ ਨੂੰ ਜੇ ਆਪਾਂ ਰਿਜ਼ੋਲਵ ਕਰਨਾ ਉਹਦੇ ਨਾਲ ਦੋ ਪਰਪੈਂਡੀਕੂਲਰ ਬਣਾ ਲਿਆ, ਉਸੇ ਤਰ੍ਹਾਂ ਆਪਾਂ ਦੋ ਬਣਾ ਲਿਆ ਆਪਾਂ ਨੇ ਆਹ ਪਰਪੈਂਡੀਕੂਲਰ ਐਕਸਿਸ। ਹੁਣ ਜਿੰਨਾ ਐਂਗਲ ਇੱਥੇ ਬਣਿਆ ਓਨਾ ਹੀ ਸੇਮ ਐਂਗਲ ਇਸ ਜਗ੍ਹਾ 'ਤੇ ਬਣੂਗਾ, ਦੈਟ ਇਜ਼ ਅਲਫਾ। ਜਿੱਧਰ ਐਂਗਲ ਹੁੰਦਾ ਉਹ ਵਾਲਾ ਭਾਗ ਕੀ ਬਣ ਜਾਂਦਾ, ਉਹ ਵਾਲਾ ਕੰਪੋਨੈਂਟ ਕੀ ਬਣ ਜਾਂਦਾ ਹੁੰਦਾ, ਐਮ ਜੀ ਕੋਸ ਅਲਫਾ। ਜਿੱਧਰ ਐਂਗਲ ਹੁੰਦਾ ਉਹਦੇ ਜਿਹੜਾ ਪਰਪੈਂਡੀਕੂਲਰ ਹੁੰਦਾ, ਜਿੱਧਰ ਐਂਗਲ ਨਹੀਂ ਹੈਗਾ ਉਹ ਕੀ ਬਣ ਜੂਗਾ, ਐਮ ਜੀ ਸਾਈਨ ਅਲਫਾ। ਠੀਕ ਹੈ, ਇਸ ਐਮ ਜੀ ਨੂੰ ਵੇਟ ਨੂੰ ਮੈਂ ਦੋ ਭਾਗਾਂ ਦੇ ਵਿੱਚ ਰਿਜ਼ੋਲਵ ਕਰ ਲਿਆ, ਕਿਉਂਕਿ ਵੈਕਟਰ ਨੂੰ ਆਪਾਂ ਦੋ ਭਾਗਾਂ 'ਚ ਰਿਜ਼ੋਲਵ ਕਰ ਸਕਦੇ ਹੁੰਦੇ ਹਾਂ। ਤਾਂ ਉਹਦੇ ਵਾਸਤੇ ਮੈਨੇ ਦੋ ਪਰਪੈਂਡੀਕੂਲਰ ਐਕਸਿਸ ਬਣਾ ਲਏ। ਠੀਕ ਹੈ, ਤਾਂ ਐਂਗਲ ਜਿਹੜਾ ਆਹ ਡਬਲਯੂ ਅਤੇ ਇਸ ਦੇ ਵਿਚਾਲੇ ਬਣੂਗਾ ਉਹ ਅਲਫਾ ਹੀ ਬਣੂਗਾ ਮੈਥ ਅਕੋਰਡਿੰਗ ਟੂ ਮੈਥ। ਠੀਕ ਹੈ, ਤਾਂ ਜਿੱਧਰ ਅਲਫਾ ਐਂਗਲ ਹੈ ਉੱਧਰ ਦਾ ਕੰਪੋਨੈਂਟ ਬਣ ਗਿਆ ਐਮ ਜੀ ਕੋਸ ਅਲਫਾ, ਜਿੱਧਰ ਨਹੀਂ ਹੈਗਾ ਉੱਧਰ ਬਣ ਗਿਆ ਐਮ ਜੀ ਸਾਈਨ ਅਲਫਾ। ਹੁਣ ਤੁਸੀਂ ਧਿਆਨ ਨਾਲ ਦੇਖੋ ਇਸ ਡਾਇਗਰਾਮ ਨੂੰ, ਇਸ ਆਰ ਦੇ ਓਪੋਜ਼ਿਟ ਕੀ ਬਣ ਗਿਆ, ਆ ਬਣ ਗਿਆ ਐਮ ਜੀ ਕੋਸ ਅਲਫਾ। ਇਹਦੇ ਓਪੋਜ਼ਿਟ ਹੈ, ਬਿਲਕੁਲ ਓਪੋਜ਼ਿਟ ਹੈ। ਦੇਖੋ ਜਿਹੜੀ ਆ ਐਫ ਸੀ ਜਿਹੜੀ ਇੱਧਰ ਨੂੰ ਲੱਗ ਰਹੀ ਹੈ, ਇਹਦੇ ਬਿਲਕੁਲ ਓਪੋਜ਼ਿਟ ਕੀ ਬਣ ਗਿਆ, ਐਮ ਜੀ ਸਾਈਨ ਅਲਫਾ ਬਣ ਗਿਆ ਜੀ। ਦੇਖੋ ਐਫ ਦੇ ਐਫ ਇੱਧਰ ਨੂੰ ਹੈ, ਐਮ ਜੀ ਸਾਈਨ ਅਲਫਾ ਇੱਧਰ ਨੂੰ ਹੈ। ਤਾਂ ਮੈਂ ਕੀ ਲਿਖ ਸਕਦਾ ਹੁਣ, ਆਰ ਇਜ਼ ਇਕੁਅਲ ਟੂ ਐਮ ਜੀ ਕੋਸ ਅਲਫਾ ਫਰੋਮ ਡਾਇਗਰਾਮ। ਠੀਕ ਹੈ, ਹੁਣ ਇੱਥੇ ਨੇ ਉੱਪਰ ਸ਼ਬਦ ਵਰਤੇ ਸੀ ਜਸਟ ਬਿਗਨ ਟੂ ਸਲਾਈਡ, ਵੀ ਸਲਾਈਡ ਕਰਨਾ ਜਸਟ ਸ਼ੁਰੂ ਕਰੂ, ਮਤਲਬ ਐਕਚੁਅਲ 'ਚ ਸਲਾਈਡ ਨਹੀਂ ਕਰ ਰਹੀ, ਐਕਚੁਅਲ 'ਚ ਸਲਾਈਡ ਨਹੀਂ ਕਰ ਰਹੀ ਬੋਡੀ। ਵੀ ਜੇ ਥੋੜ੍ਹਾ ਜਿਹਾ ਵੀ ਤੁਸੀਂ ਐਂਗਲ ਹੋਰ ਵਧਾਤਾ, ਥੋੜ੍ਹਾ ਜਿਹਾ ਵੀ ਐਂਗਲ ਹੋਰ ਵਧਾਤਾ ਤਾਂ ਨਾਲ ਦੀ ਨਾਲ ਉਹਨੇ ਸਲਾਈਡ ਕਰਨਾ ਸ਼ੁਰੂ ਕਰ ਦੇਣਾ। ਮੈਂ ਤੁਹਾਨੂੰ ਦੁਬਾਰਾ ਦੱਸ ਰਿਹਾ ਕਿ ਇਹ ਮਿਨੀਮਮ ਐਂਗਲ ਹੈ ਆਫ ਇਨਕਲਾਈਨਡ ਪਲੇਨ ਦਾ, ਕਿ ਜਿਹੜੀ ਜਿਸ ਦੇ ਉੱਪਰ ਬੋਡੀ ਇਹਦੇ ਉੱਪਰ ਪਈ ਹੈ ਤਾਂ ਉਹ ਜਸਟ ਬਿਗਿਨ ਟੂ ਸਲਾਈਡ ਕਰੂਗੀ, ਉਸ ਨੀਚੇ ਨੂੰ ਸਲਾਈਡ ਕਰਨਾ ਸ਼ੁਰੂ ਕਰ ਦੂਗੀ। ਬਸ ਉਹਦੇ ਸ਼ੁਰੂ ਕਰਨ ਤੋਂ ਪਹਿਲਾਂ ਜਿਹੜਾ ਐਂਗਲ ਹੈ ਜਸਟ ਬਿਗਿਨ ਟੂ ਸਲਾਈਡ, ਉਹ ਹੈ ਐਂਗਲ ਆਫ ਰੀਪੋਜ਼ ਜਾਂ ਐਂਗਲ ਆਫ ਸਲਾਈਡਿੰਗ। ਮਤਲਬ ਇੱਥੇ ਹਾਲੇ ਬੋਡੀ ਸਲਾਈਡ ਨਹੀਂ ਕਰ ਰਹੀ, ਇਹਦਾ ਮਤਲਬ ਇਹਦੇ ਉੱਪਰ ਚਾਰ ਫੋਰਸ ਲੱਗ ਰਹੀਆਂ ਨੇ। ਆਹ ਤਾਂ ਦੇਖੋ ਖਤਮ ਹੋਊਗੀ, ਆਹ ਵਾਲਾ ਤਾਂ ਵੈਕਟਰ ਖਤਮ ਹੋ ਗਿਆ ਕਿਉਂਕਿ ਉਹਨੂੰ ਮੈਂ ਦੋ ਭਾਗਾਂ 'ਚ ਰਿਜ਼ੋਲਵ ਕਰਤਾ। ਤਾਂ ਸਾਡੇ ਕੋਲ ਇੱਕ ਆਰ ਬਣ ਗਈ, ਇੱਕ ਐਫ ਫੋਰਸ ਹੈ, ਇੱਕ ਐਮ ਜੀ ਸਾਈਨ ਅਲਫਾ, ਇੱਕ ਐਮ ਜੀ ਕੋਸ ਅਲਫਾ। ਤਾਂ ਚਾਰ ਫੋਰਸ ਲੱਗ ਰਹੀਆਂ ਨੇ ਪਰ ਬੋਡੀ ਸਲਾਈਡ ਨਹੀਂ ਕਰ ਰਹੀ। ਇਹਦਾ ਮਤਲਬ ਕੀ ਹੋ ਗਿਆ ਕਿ ਬੋਡੀ ਜਿਹੜੀ ਹੈਗੀ ਹੈ ਉਹ ਇਕੁਇਲਿਬਰੀਅਮ 'ਚ ਹੈ। ਜਿਹੜੀਆਂ ਫੋਰਸਿਸ ਨੇ ਉਹ ਕਿਹਦੇ ਵਿੱਚ ਨੇ ਬੇਟਾ, ਉਹ ਇਕੁਇਲਿਬਰੀਅਮ 'ਚ ਨੇ। ਫੋਰਸਿਸ ਨੇ ਜਿਹੜੀਆਂ ਉਹ ਇਕੁਇਲਿਬਰੀਅਮ 'ਚ ਨੇ। ਇਕੁਇਲਿਬਰੀਅਮ ਕਿਵੇਂ ਕਹੂੰਗਾ, ਉੱਪਰ ਵਾਲੀ ਨੀਚੇ ਵਾਲੀ ਦੇ ਬਰਾਬਰ ਹੈ, ਰਾਈਟ ਵਾਲੀ ਲੈਫਟ ਵਾਲੀ ਦੇ ਬਰਾਬਰ ਹੈ। ਤਾਂ ਆਰ ਇਜ਼ ਇਕੁਅਲ ਟੂ ਐਮ ਜੀ ਕੋਸ ਅਲਫਾ ਅਤੇ ਐਫ ਇਜ਼ ਇਕੁਅਲ ਟੂ ਐਮ ਜੀ ਸਾਈਨ ਅਲਫਾ। ਠੀਕ ਹੈ, ਹੁਣ ਇਹਨੂੰ ਆਪਾਂ ਕੀ ਕਰ ਦਈਏ, ਇਹਨੂੰ 1 ਨੰਬਰ ਨਾਮ ਦੇ ਦਿੰਦੇ ਹਾਂ, ਇਹਨੂੰ 2 ਨੰਬਰ ਦੇ ਦਿੰਦੇ ਹਾਂ। ਤਾਂ ਆਪਾਂ ਕੀ ਕਰਦੇ ਹਾਂ, 2 ਡਿਵਾਈਡ 1, 2 ਨੂੰ 1 ਨਾਲ ਡਿਵਾਈਡ ਕਰ ਦਿਓ। ਕਿਉਂ, ਮੈਨੂੰ ਸਾਈਨ ਉੱਪਰ ਚਾਹੀਦਾ ਅਤੇ ਕੋਸ ਨੀਚੇ ਚਾਹੀਦਾ। ਸਾਈਨ ਅਲਫਾ ਐਮ ਜੀ ਸਾਈਨ ਅਲਫਾ ਬਟਾ ਐਮ ਜੀ ਕੋਸ ਅਲਫਾ ਇਜ਼ ਇਕੁਅਲ ਟੂ ਐਫ ਅਪੋਨ ਆਰ। ਐਮ ਜੀ ਨਾਲ ਐਮ ਜੀ ਕੈਂਸਲ ਹੋ ਗਿਆ, ਸਾਈਨ ਅਲਫਾ ਬਟਾ ਕੋਸ ਅਲਫਾ ਬਚ ਗਿਆ ਇਜ਼ ਇਕੁਅਲ ਟੂ ਐਫ ਅਪੋਨ ਆਰ ਬਚ ਗਿਆ। ਆਹ ਨਿਸ਼ਾਨ ਦਾ ਮਤਲਬ ਹੁੰਦਾ ਅਗਲਾ ਸਟੈਪ। ਮੈਂ ਜਗ੍ਹਾ ਦੀ ਕਮੀ ਕਰਕੇ ਇਸ ਨੂੰ ਇਸ ਤਰ੍ਹਾਂ ਕਰ ਰਿਹਾ। ਠੀਕ ਹੈ, ਤਾਂ ਸਾਈਨ ਬਟਾ ਕੋਸ ਕੀ ਹੁੰਦਾ, ਦੈਟ ਇਜ਼ ਟੈਨ ਅਲਫਾ। ਐਫ ਅਪੋਨ ਆਰ ਕੀ ਹੁੰਦਾ ਹੈ, ਆਪਾਂ ਉੱਪਰ ਕਰ ਚੁੱਕੇ ਹਾਂ, ਇਜ਼ ਇਕੁਅਲ ਟੂ ਮਿਊ। ਤਾਂ ਮੇਰੇ ਕੋਲ ਇੱਕ ਨਵੀਂ ਰਿਲੇਸ਼ਨ ਆ ਗਈ, ਮਿਊ ਇਜ਼ ਇਕੁਅਲ ਟੂ ਟੈਨ ਅਲਫਾ। ਤਾਂ ਮੇਰੇ ਕੋਲ ਮਿਊ ਦੀ ਇੱਕ ਹੋਰ ਡੈਫੀਨੇਸ਼ਨ ਆ ਗਈ ਕਿ ਕੋਫੀਸ਼ੀਐਂਟ ਆਫ ਲਿਮਟਿੰਗ ਫ੍ਰਿਕਸ਼ਨ ਜਾਂ ਕੋਫੀਸ਼ੀਐਂਟ ਆਫ ਫ੍ਰਿਕਸ਼ਨ ਇਜ਼ ਇਕੁਅਲ ਟੂ ਦਾ, ਪਹਿਲਾਂ ਸੀਗਾ ਟੈਂਜੈਂਟ ਆਫ ਐਂਗਲ ਆਫ ਫ੍ਰਿਕਸ਼ਨ, ਹੁਣ ਹੈਗਾ ਟੈਂਜੈਂਟ ਆਫ ਐਂਗਲ ਆਫ ਰੀਪੋਜ਼। ਠੀਕ ਹੈ, ਕੋਫੀਸ਼ੀਐਂਟ ਆਫ ਲਿਮਟਿੰਗ ਫ੍ਰਿਕਸ਼ਨ ਇਜ਼ ਇਕੁਅਲ ਟੂ ਟੈਂਜੈਂਟ ਆਫ ਐਂਗਲ ਆਫ ਰੀਪੋਜ਼ ਜਾਂ ਐਂਗਲ ਆਫ ਸਲਾਈਡਿੰਗ। ਹੁਣ ਮੇਰੇ ਕੋਲ ਦੋ ਰਿਲੇਸ਼ਨਾਂ ਬਣ ਗਈਆਂ, ਇੱਕ ਆਹ ਬਣ ਗਈ, ਇੱਕ ਆਹ ਬਣ ਗਈ। ਇੱਕ ਤਾਂ ਤੁਹਾਨੂੰ ਕੁਐਸਚਨ ਕਿਵੇਂ ਆ ਸਕਦਾ, ਇੱਕ ਤੁਹਾਨੂੰ ਕੁਐਸਚਨ ਆ ਸਕਦਾ ਡਿਫਾਈਨ ਐਂਗਲ ਆਫ ਫ੍ਰਿਕਸ਼ਨ ਐਂਡ ਪ੍ਰੂਵ ਇਟ, ਤਾਂ ਤੁਸੀਂ ਉੱਪਰ ਵਾਲਾ ਪੋਰਸ਼ਨ ਕਰ ਦੋਗੇ। ਇੱਕ ਤੁਹਾਨੂੰ ਕੁਐਸਚਨ ਆ ਸਕਦਾ ਡਿਫਾਈਨ ਐਂਗਲ ਆਫ ਰੀਪੋਜ਼ ਐਂਡ
फाइंड इट्स वैल्यू, तो तुसीं ये निचले वाला पोर्शन कर दोगे। एक तुहानूं क्वेश्चन आ सकता है कि प्रूव दैट थीटा इज इक्वल टू अल्फा। तो हुण वो क्वेश्चन आम तौर पर 2 नंबर का आंदा है, 2 नंबर का ठीक है। वो च की हुंदा है कि तुसीं थीटा इज इक्वल टू अल्फा प्रूव करना है। तो उनते 2 नंबर का क्वेश्चन आया है, तो तुसीं सारा नहीं करन बैठोगे भी, तुसीं पहला इनू ड्राइव करोगे फिर इनू करोगे। तो असीं लिखांगे वी नो दैट tan थीटा इज इक्वल टू म्यू एंड tan अल्फा इज इक्वल टू म्यू। इक्वेशन नंबर 1, इक्वेशन नंबर 2, फिर लिखांगे फ्रॉम इक्वेशन 1 एंड 2 वी गैट। इक्वेशन 1 ते 2 तो मैनू की पता लग रहा है, तुसीं मैथ च पढ़ते होंगे ना, जे किसी इक्वेशन दे 2 इक्वेशनां दी एक साइड कॉमन होवे, 2 इक्वेशनां होण उन्हां दी एक साइड कॉमन होवे, सांझी होवे, तो जिहड़े बाकी 2 बचियां वो भी बराबर होणगियां। तो टैन थीटा काहदे बराबर आ गया, टैन अल्फा दे बराबर आ गया, क्योंकि ये बराबर ने म्यू, एक साइड ते म्यू है तो दूजी साइडां भी बराबर होणगियां। तो टैन अल्फा इज इक्वल टू टैन थीटा आ गया, तो टैन नाल टैन कैंसल हो गया, तो बच गया साडे कोले थीटा इज इक्वल टू अल्फा। तो ये असीं प्रूव करना हुंदा है। 2 नंबर च क्वेश्चन जेकर आवे तो सिर्फ असीं इन्ना ही करना है कि टैन थीटा इज इक्वल टू म्यू, टैन अल्फा इज इक्वल टू म्यू, फ्रॉम 1 एंड 2 टैन थीटा इज इक्वल टू टैन अल्फा, टैन नाल टैन कैंसल हो गया तो थीटा इज इक्वल टू अल्फा, यानी कि एंगल ऑफ फ्रिक्शन इज इक्वल टू एंगल ऑफ रीपोज। उम्मीद है तुहानूं इत्थे तक जिहड़ा हैगा वो सारा समझ आ गया होना, ठीक है जी। उस तो बाद साडे कोले वर्क डन इन मूविंग अ बॉडी ओवर ए रफ हॉरीजेंटल सरफेस, कि जेकर मैं एक बॉडी नूं रफ सरफेस के उपर मूव करना है हॉरीजेंटल डायरैक्शन च, तो मैनू किन्ना काम करना पऊगा, ठीक है। उहदी वैल्यू आपां ने फाइंड करनी है। तो अपने कोले आ डायग्राम है, देखो इस डायग्राम में ध्यान नाल देखो, बॉडी पई है, बॉडी का वेट हमेशा नीचे नूं लगदा है mg, उपर नूं रिएक्शन लगदी हुंदी है नॉर्मल रिएक्शन अकॉर्डिंग टू न्यूटन थर्ड ला। आ मैं फोर्स लगा रहा P इस डायरैक्शन च ले जाण वास्ते इहनूं, तो इहदे ओपोजिट की पैदा हो जूगी, फ्रिक्शन, ठीक है। हुण बॉडी जिहड़ी हैगी है, बॉडी का तुहानूं पता है कि वेट करके बॉडी नीचे नहीं दबदी, टेबल दे विच नहीं दबदी, क्यों, क्योंकि नॉर्मल डायरैक्शन उहनूं की करदा, बैलेंस करदा। तो mg इज इक्वल टू R होऊगा। हुण बॉडी जिहड़ी हैगी क्योंकि लेवल ट्रैक के उपर पई है, कहना ठीक है। दूजी गल मैनूं जिहड़ी P लानी पैनी है फोर्स, वो घट्टो घट्ट किन्नी लानी पऊगी, समझो मेरी गल, बॉडी नूं मूव कराउण वास्ते किन्नी घट्टो घट्ट फोर्स लानी पऊगी। आ जिन्नी F है घट्टो घट्ट मैनूं इन्नी फोर्स लानी पऊगी। आपां ने कल वाले लैक्चर च कीता सीगा कि जिहड़ी फ्रिक्शन हुंदी है वो सैल्फ एडजस्टिंग हुंदी है, ठीक है ना। तो जिवें जिवें मेरी फोर्स वधदी जांदी है उवें उवें स्टैटिक फ्रिक्शन की वैल्यू बढ़ती है, पर स्टैटिक फ्रिक्शन की एक मैक्सीमम वैल्यू होंगी है हरेक बॉडी वास्ते अलग अलग। जे उस तो ज़्यादा आप थोड़ी जी भी फोर्स लगावांगे तो बॉडी मूव करना शुरू करूगी, मतलब इन्हूं घट्टो घट्ट कितनी फोर्स लानी पऊगी, लिमिटिंग जी वैल्यू है, लिमिटिंग मैक्सीमम वैल्यू स्टैटिक फ्रिक्शन की उन्नी लगानी पऊगी। तो वर्क डन का जो फार्मूला होंदा है, वर्क इज इक्वल टू होंदा है फोर्स इनटू डिसप्लेसमेंट। तो मैनू फोर्स कितनी लानी पैनी है, घट्टो घट्ट P, डिसप्लेसमेंट कितना कराना है S। हुण P काहदे बराबर है, F दे बराबर है। आपां उपर कीता कि P इज इक्वल टू काहदे बराबर है, F दे। हुण आपां नूं एक रिलेशन पता है F अपॉन R इज इक्वल टू म्यू, ठीक है। यानी कि F इज इक्वल टू इनूं इधर आपां गुणा कर दिता की बन जूगा म्यू R, तो W F की थां ते आपां की भर दिंदे म्यू R इंटू S, तो R की थां ते आपां की भर सकदे R काहदे बराबर है, mg दे बराबर है। तो R थां ते भरने mgs, तो W इज इक्वल टू म्यू mgs। मतलब इस फार्मूले की सहायता नाल मैं ये पता कर सकदा कि एक बॉडी नूं जेकर आपने मूव कराना है रफ सरफेस के उपर हॉरीजेंटली, तो कितनी फोर्स आपां नूं लगानी पऊगी। ये तो सी जे हॉरीजेंटल मूव कराना होवे, पर जे आपां ने कराना है इनकलाइंड प्लेन ते फिर की होगा, फिर आपां नूं कितना वर्क डन चाहिए, इनकलाइंड प्लेन ते कराउणा, ठीक है। तो आपां नूं कितना वर्क डन करना पऊगा, तो उहदे वास्ते आपां पहले डायग्राम नूं समझो। आ इनकलाइंड प्लेन की डायग्राम आपां इहदे नाल दी डायग्राम पहला कर चुके हैं भी एक अपने कोले इनकलाइंड प्लेन है,
ਇਹਦੇ ਉੱਪਰ ਇੱਕ ਬੋਡੀ ਪਈ ਹੈ, ਆਪਣੇ ਸੈਂਟਰ ਤੋਂ ਕੀ ਲੱਗਦਾ ਹੁੰਦਾ ਨੀਚੇ ਨੂੰ ਵੇਟ ਲੱਗਦਾ ਹੁੰਦਾ। ਵੇਟ ਕਾਹਦੇ ਬਰਾਬਰ ਹੁੰਦਾ mg ਦੇ ਬਰਾਬਰ ਹੁੰਦਾ। ਨੋਰਮਲ ਡਾਇਰੈਕਸ਼ਨ ਜਿਹੜੀ ਹੁੰਦੀ ਹੈ ਉਹ ਪਰਪੈਂਡੀਕੂਲਰ ਹੁੰਦੀ ਹੈ ਬੋਡੀ ਦੀ ਸਤ੍ਹਾ ਦੇ। ਆਪਾਂ ਬੋਡੀ ਨੂੰ ਉੱਪਰ ਨੂੰ ਲੈ ਕੇ ਜਾਣਾ, ਮਤਲਬ ਮੈਂ ਇੱਧਰ ਨੂੰ ਆਪਣੀ ਫੋਰਸ ਲਗਾਉਣੀ ਹੈ p, ਉੱਪਰ ਲੈ ਕੇ ਜਾ ਰਿਹਾ ਮੈਂ, ਤਾਂ ਫ੍ਰਿਕਸ਼ਨ ਦੀ ਡਾਇਰੈਕਸ਼ਨ ਕਿੱਧਰ ਨੂੰ ਹੋਊਗੀ, ਫ੍ਰਿਕਸ਼ਨ ਦੀ ਡਾਇਰੈਕਸ਼ਨ ਹੋਊਗੀ p ਦੇ ਸਰਫੇਸ ਦੇ ਨਾਲ ਹੁੰਦੀ ਹੈ ਫ੍ਰਿਕਸ਼ਨ ਓਪੋਜ਼ਿਟ। ਠੀਕ ਹੈ ਜੀ। ਹੁਣ ਆਹ ਐਂਗਲ ਮੰਨ ਲਓ ਸਾਡੇ ਕੋਲ ਕਿੰਨਾ ਹੈ ਇਨਕਲਾइंड ਦਾ ਥੀਟਾ ਹੈ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਇੱਥੇ ਆਪਾਂ ਇੱਥੇ ਪਰਪੈਂਡੀਕੂਲਰ ਐਕਸਿਸ ਬਣਾਵਾਂਗੇ 2, ਪਰਪੈਂਡੀਕੂਲਰ ਐਕਸਿਸ ਬਣਾਵਾਂਗੇ 2 ਇਸ ਨੂੰ ਬ੍ਰੇਕ ਕਰਨ ਵਾਸਤੇ, ਇੱਕ ਆਹ ਵਾਲਾ ਇੱਕ ਆਹ ਵਾਲਾ। ਤਾਂ ਇਹ ਐਂਗਲ ਜਿੰਨਾ ਉਰੇ ਬਣਦਾ ਉਹੀ ਇੱਥੇ ਬਣੂਗਾ ਸੇਮ। ਤਾਂ ਜਿੱਧਰ ਐਂਗਲ ਹੋਵੇ ਉਹ ਬਣ ਜਾਂਦਾ mg cos ਥੀਟਾ, ਜਿੱਧਰ ਨਹੀਂ ਹੈਗਾ ਉਹ ਬਣ ਜਾਂਦਾ mg sin ਥੀਟਾ। ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਬੋਡੀ ਉੱਪਰ ਕਿਹੜੀਆਂ ਕਿਹੜੀਆਂ ਫੋਰਸਿਸ ਲੱਗ ਰਹੀਆਂ ਨੇ। ਠੀਕ ਹੈ। ਜਦੋਂ ਇੱਕ ਬੋਡੀ ਉੱਪਰ ਨੂੰ ਮੂਵ ਕਰ ਰਹੀ ਹੈ, ਕਹਿੰਦਾ ਸਪੋਜ਼ m ਇਜ਼ ਅ ਮਾਸ ਆਫ ਦਾ ਬੋਡੀ ਹੈਜ਼ ਟੂ ਮੂਵਡ ਅਪ ਅ ਰਫ ਸਰਫੇਸ, ਉੱਪਰ ਨੂੰ ਲੈ ਕੇ ਜਾਣਾ ਆਪਣੇ ਇਨਕਲਾਈਨ ਟੂ ਦਾ ਹੌਰੀਜ਼ੈਂਟਲ ਐਟ ਐਨ ਐਂਗਲ ਥੀਟਾ, ਜੋ ਹੌਰੀਜ਼ੈਂਟਲ ਦੇ ਨਾਲ ਥੀਟਾ ਐਂਗਲ ਬਣਾ ਰਿਹਾ ਹੈ। ਤਾਂ ਵੇਰੀਅਸ ਫੋਰਸਿਸ ਕਿਹੜੀਆਂ ਨੇ, ਵੇਟ ਲੱਗ ਰਿਹਾ ਬੋਡੀ ਦਾ ਵਰਟੀਕਲੀ ਡਾਊਨਵਰਡ, ਨਾਰਮਲ ਡਾਇਰੈਕਸ਼ਨ ਪਰਪੈਂਡੀਕੂਲਰ ਟੂ ਦਾ ਪਲੇਨ ਆਫ ਦਾ ਬੋਡੀ, ਫੋਰਸ ਆਫ ਫ੍ਰਿਕਸ਼ਨ ਡਾਊਨਵਰਡ, ਵੇਟ ਜਿਹੜਾ ਹੈਗਾ ਉਹਨੂੰ 2 ਭਾਗਾਂ ਦੇ ਵਿੱਚ ਰਿਜ਼ੋਲਵ ਕਰ ਲਿਆ mg cos ਥੀਟਾ ਓਪੋਜ਼ਿਟ ਟੂ r ਤੇ mg sin ਥੀਟਾ ਅਲੋਂਗ ਦਾ ਸਰਫੇਸ ਆਫ ਦਾ ਇਨਕਲਾइंड ਪਲੇਨ। ਹੁਣ ਧਿਆਨ ਨਾਲ ਦੇਖੋ, ਹੁਣ ਆਪਣੇ ਬੋਡੀ ਨੂੰ ਉੱਪਰ ਲੈ ਕੇ ਜਾਣਾ, ਪਲੀਜ਼ ਸਮਝੋ ਇਸ ਗੱਲ ਨੂੰ। ਬੋਡੀ ਖੜੀ ਨਹੀਂ ਹੈਗੀ। ਪਿਛਲੇ ਕੇਸ 'ਚ ਆਪਾਂ ਐਂਗਲ ਆਫ ਰੀਪੋਜ਼ ਵਾਲੇ 'ਚ ਕੀ ਕੀਤਾ ਸੀਗਾ ਕਿ ਬੋਡੀ ਜਸਟ ਬਿਗਿਨ ਟੂ ਸਲਾਈਡ ਡਾਊਨ, ਮਤਲਬ ਹਲੇ ਸਲਾਈਡ ਨਹੀਂ ਕਰੀ, ਖੜੀ ਹੈ। ਪਰ ਆਪਾਂ ਇੱਥੇ ਕੀ ਕਹਿ ਰਹੇ ਕਿ ਬੋਡੀ ਨੂੰ ਮੈਂ ਉੱਪਰ ਲੈ ਕੇ ਜਾਣਾ ਹੈ। ਹੁਣ ਉੱਪਰ ਜਾਣ ਵਾਸਤੇ ਜਿਹੜੀ ਮੈਂ p ਫੋਰਸ ਲਾਣੀ ਹੈ, ਮੈਨੂੰ ਕਿੰਨੀ ਫੋਰਸ ਲਾਣੀ ਪਊਗੀ। ਦੇਖੋ ਨੀਚੇ ਨੂੰ 2 ਫੋਰਸ ਲੱਗ ਰਹੀਆਂ ਨੇ, ਇੱਕ ਤਾਂ ਲੱਗ ਰਹੀ ਹੈ mg sin ਥੀਟਾ ਜਿਹੜੀ ਨੀਚੇ ਨੂੰ ਹੈ, ਇੱਕ ਲੱਗ ਰਹੀ ਹੈ f। ਤਾਂ ਘੱਟੋ ਘੱਟ ਮੇਰੀ ਜਿਹੜੀ p ਹੈ ਉਹ ਇਹਨਾਂ ਦੋਹਾਂ ਦੇ ਜੋੜ ਦੇ ਬਰਾਬਰ ਹੋਣੀ ਚਾਹੀਦੀ ਹੈ। ਨੀਚੇ ਜਿਹੜੀ ਨੀਚੇ ਆਹ 2 ਫੋਰਸ ਇਹਨੂੰ ਨੀਚੇ ਨੂੰ ਖਿੱਚ ਰਹੀਆਂ ਨੇ, ਤਾਂ ਜੇ ਮੈਨੂੰ ਉੱਪਰ ਲੈ ਕੇ ਜਾਣਾ ਤਾਂ ਮੇਰੀ p ਮੇਰੇ ਦੁਆਰਾ ਲਗਾਈ ਗਈ ਫੋਰਸ ਇਹਨਾਂ ਦੋਹਾਂ ਦੇ ਘੱਟੋ ਘੱਟ ਬਰਾਬਰ ਹੋਣੀ ਚਾਹੀਦੀ ਹੈ। ਤਾਂ p ਸ਼ੁੱਡ ਬੀ ਇਕੁਅਲ ਟੂ mg sin ਥੀਟਾ ਪਲੱਸ f ਜੋ ਨੀਚੇ ਨੂੰ ਲੈ ਕੇ ਜਾ ਰਹੀਆਂ ਨੇ। ਤਾਂ ਵਰਕ ਡਨ ਕਾਹਦੇ ਬਰਾਬਰ ਹੁੰਦਾ ਆਪਾਂ ਨੂੰ ਪਤਾ ਹੈ, ਜਿੰਨੀ ਫੋਰਸ ਆਪਾਂ ਲਗਾ ਰਹੇ ਹਾਂ ਅਤੇ ਜਿੰਨਾ ਨੂੰ ਆਪਾਂ ਮੂਵ ਕਰਾਉਣਾ। ਤਾਂ ਫੋਰਸ ਮੈਂ ਲਗਾ ਰਿਹਾ p, ਅਤੇ p ਕਿੰਨਾ ਹੈ mg sin ਥੀਟਾ ਪਲੱਸ ਕੀ ਹੈ f, ਕਿੰਨਾ ਉੱਪਰ ਲੈ ਕੇ ਜਾਣਾ। ਮੰਨ ਲਓ ਮੈਨੇ s ਡਿਸਪਲੇਸਮੈਂਟ ਕਰਨਾ ਹੈ, f ਦੀ ਜਗ੍ਹਾ 'ਤੇ ਆਪਾਂ ਕੀ ਭਰ ਦਾਂਗੇ μ r, ਜਿਵੇਂ ਆਪਾਂ ਪਿਛਲੇ 'ਚ ਭਰਿਆ ਸੀਗਾ। ਠੀਕ ਹੈ, ਇਨਟੂ s, ਫਿਰ mg sin ਥੀਟਾ r ਦੀ ਜਗ੍ਹਾ 'ਤੇ ਕੀ ਭਰ ਦਾਂਗੇ। ਹੁਣ r ਕਾਹਦੇ ਬਰਾਬਰ ਹੈ ਡਾਇਗਰਾਮ 'ਚ, r ਬਰਾਬਰ ਹੈ mg cos ਥੀਟਾ ਦੇ। ਤਾਂ mg cos ਥੀਟਾ ਇੰਟੂ s, ਤਾਂ mg ਕੀ ਆ ਗਿਆ ਇੱਥੋਂ ਕਾਮਨ ਆ ਗਿਆ, ਅੰਦਰ ਰਹਿ ਗਿਆ sin ਥੀਟਾ ਪਲੱਸ μ cos ਥੀਟਾ ਇੰਟੂ s। ਤਾਂ ਇਸ ਫਾਰਮੂਲੇ ਨਾਲ ਮੈਂ ਵਰਕ ਡਨ ਕਰ ਸਕਦਾ ਕਿ ਮੈਨੂੰ ਕਿੰਨਾ ਵਰਕ ਕਰਨਾ ਪਊਗਾ ਜੇਕਰ ਮੈਂ ਇੱਕ ਬੋਡੀ ਨੂੰ s ਡਿਸਟੈਂਸ ਮੂਵ ਕਰਾਉਣਾ ਹੈ ਜਿਹਦਾ ਮਾਸ m ਹੈ ਅਤੇ ਜਿਹੜਾ ਸਰਫੇਸ ਇਨਕਲਾइंड 'ਤੇ ਪਿਆ ਥੀਟਾ ਐਂਗਲ ਬਣਾ ਕੇ। ਤਾਂ ਇਸ ਦੇ ਨਾਲ ਮੈਨੂੰ ਕੀ ਪਤਾ ਹੋਣਾ ਚਾਹੀਦਾ ਮਿਊ ਦੀ ਵੈਲਿਊ, ਜੋ ਕਿ ਡਿਪੈਂਡ ਕਰਦੀ ਹੈ ਨੇਚਰ ਆਫ ਦਾ ਸਰਫੇਸ ਦੇ ਉੱਪਰ ਅਤੇ ਮਟੀਰੀਅਲ ਆਫ ਦਾ ਸਰਫੇਸ ਦੇ ਉੱਪਰ। ਤਾਂ ਇੱਥੇ ਤੱਕ ਤੁਸੀਂ ਜਿਹੜਾ ਹੈਗਾ ਅੱਜ ਦਾ ਟੌਪਿਕ ਕਰ ਲਓ, ਤਾਂ ਬਾਕੀ ਜਿਹੜਾ ਆਪਾਂ ਲੈਕਚਰ ਉਹ ਕੱਲ੍ਹ ਨੂੰ ਕਰਾਂਗੇ। ਥੈਂਕ ਯੂ ਬੇਟਾ।